ਦਲੇਰ ਸਿੰਘ ਦੇ ਲੱਖ ਸਮਝਾਉਣ ਅਤੇ ਤਰਲੇ ਕਰਨ ਉੱਤੇ ਵੀ ਕਰਮ ਨਾ ਪਿਘਲੀ ਅਤੇ ਨਾ ਹੀ ਉਹਨੇ ਆਪਣਾ ਫੈਸਲਾ ਬਦਲਿਆ। ਗੁੱਜਰ ਅਤੇ ਦਲੇਰ ਸਿੰਘ ਰੋਂਦੇ ਰਹੇ, ਪਰ ਕਰਮ ਤੋਂ ਦੋ ਬੋਲ ਪਿਆਰ ਦੇ ਵੀ ਨਾ ਸਰੇ। ਥੱਕ ਹਾਰ ਕੇ ਉਹਨਾਂ ਨੇ ਮੰਨ ਲਿਆ ਕਿ ਇਹ ਬਦਨਾਮੀ ਉਹਨਾਂ ਦੀ ਤਕਦੀਰ 'ਚ ਲਿਖੀ ਸੀ। ਉਹਨਾਂ ਨੇ ਉੱਥੋਂ ਮੌਜੂਦ ਸਭ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਕਿ ਭਲਿਓ ਲੋਕੋ, ਮੇਰੇ ਵਾਲੀ ਗਲਤੀ ਨਾ ਕਰਿਓ। ਧੀਆਂ ਨੂੰ ਧੀਆਂ ਬਣਾ ਕੇ ਉਹਨਾਂ ਤੇ ਨਜ਼ਰ ਰੱਖੋ, ਉਹਨਾਂ ਨੂੰ ਸਖਤੀ ਨਾਲ ਰੱਖੋ। ਮੇਰੇ ਵਾਂਗੂ ਧੀ ਨੂੰ ਪੁੱਤ ਬਣਾ ਕੇ ਸਿਰ ਤੇ ਨਾ ਬਿਠਾ ਲਿਓ। ਕਿਤੇ ਦੇਖਿਓ, ਕਿਤੇ ਮੇਰੇ ਵਾਂਗੂ ਅੰਨਾ ਵਿਸ਼ਵਾਸ ਕਰਕੇ ਲੁੱਟੇ ਨਾ ਜਾਇਓ। ਨਾਲ ਹੀ ਧੀਓ, ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ, ਆਪਣੇ ਮਾਪਿਆਂ ਦੀ ਰੱਖ ਕੇ ਦਿਖਾ ਦਿਓ ਪੁੱਤ। ਜੇ ਮਾਂ ਪਿਓ ਤੁਹਾਨੂੰ ਪਿਆਰ ਕਰਦਾ, ਤੁਹਾਡੇ ਤੇ ਆਪਣਾ ਆਪ ਤੋਂ ਵੱਧ ਕੇ ਯਕੀਨ ਕਰਦਾ, ਉਹਨਾਂ ਦਾ ਮਾਣ ਰੱਖੋ, ਉਹਨਾਂ ਦਾ ਗਰੂਰ ਬਣਾਓ। ਬੱਚਿਓ, ਸ਼ਰਮਿੰਦਗੀ ਦਾ ਕਾਰਨ ਨਾ ਬਣੋ। ਤੈਨੂੰ ਮੈਂ ਮੇਰਿਆ ਸ਼ੇਰਾ ਇੰਨਾ ਹੀ ਕਹੂੰਗਾ ਕਿ ਸਾਡਾ ਅੰਸ਼ ਹੈ, ਸਾਡੀ ਧੀ ਹੈ। ਤੈਨੂੰ ਮੇਰਾ ਮੂੰਹ ਬਦਸੀਸਾ ਨਹੀਂ ਦੇ ਸਕਦਾ ਪੁੱਤ, ਪਰ ਜਿਹੜਾ ਤੂੰ ਮੇਰਾ ਦਿਲ ਦੁਖਾਇਆ, ਆਪਣੀ ਮਾਂ ਦੀਆਂ ਅੰਦਰਾਂ ਭੁੰਨੀਆਂ ਅਤੇ ਆਪਣੇ ਭਰਾਵਾਂ ਤੇ ਚਾਚਿਆਂ ਤਾਇਆਂ ਨੂੰ ਕਿਤੇ ਖੜਨ ਜੋਗੇ ਨਹੀਂ ਛੱਡਿਆ। ਮੈਂ ਰੱਬ ਮੋਹਰੇ ਇਹੀ ਦੁਆ ਕਰੂੰਗਾ ਕਿ ਹੇ ਪ੍ਰਮਾਤਮਾ, ਦੇਖੀ ਕਿਤੇ ਸਾਡੇ ਦਿਲਾਂ ਤੋਂ ਨਿਕਲੀਆਂ ਹੂਕਾਂ ਨਾ ਸੁਣ ਲਈ ਅਤੇ ਦਰਦ 'ਚ ਨਿਕਲੀਆਂ ਬਦਸੀਸਾਂ ਸਾਡੀ ਧੀ ਨੂੰ ਨਾ ਲੱਗ ਜਾਣ। ਇਹ ਜਿਵੇਂ ਖੁਸ਼ ਆ ਉਵੇਂ ਹੀ ਖੁਸ਼ ਰਹੇ। ਸਾਡਾ ਕੀ ਆ, ਕੋਈ ਨਹੀਂ, ਅਸੀਂ ਮੰਨ ਲਾਂਗੇ ਸਾਡੀ ਧੀ ਮਰ ਗਈ। ਸਾਡੇ ਲਈ ਅਸੀਂ ਲੋਕਾਂ ਦੇ ਤਾਨੇ ਵੀ ਸੁਣ ਕੇ ਜੀ ਲਵਾਂਗੇ। ਦਲੇਰ ਸਿੰਘ ਨੇ ਕਰਮ ਦੇ ਸਿਰ ਤੇ ਆਸ਼ੀਰਵਾਦ ਭਰਿਆ ਕੰਬਦਾ ਹੋਇਆ ਹੱਥ ਧਰਿਆ ਤਾਂ ਉਹਦੀ ਭੁੱਬ ਨਿਕਲ ਗਈ। ਖੁਸ਼ ਰਹਿ ਪੁੱਤ, ਪਰ ਇੱਕ ਗੱਲ ਦੱਸ, ਤੂੰ ਮੈਨੂੰ ਜਨਮ ਦੇਣ ਵਾਲੀ ਨੂੰ ਵੀ ਭੁੱਲ ਜਾਏਂਗੀ? ਸਾਡੇ ਬਿਨਾਂ ਸਾਰੀ ਜ਼ਿੰਦਗੀ ਰਹਿ ਲਵੇਂਗੀ? ਧੀਏ, ਤੇਰੇ ਮਨ 'ਚ ਕਦੇ ਵੀ ਰਾਗ ਨਾ ਉੱਠੂ ਮਾਪਿਆਂ ਨੂੰ ਮਿਲਣ ਦਾ? ਮੇਰੀ ਤਾਂ ਪੁੱਤ ਅੱਜ 10 ਸਾਲ ਉਮਰ ਘਟ ਗਈ, 10 ਸਾਲ ਘੱਟ ਜੀਊਂਗੀ ਤੇਰੀ ਮਾਂ। ਗੁੱਜਰ ਨੇ ਆਖਰੀ ਸ਼ਬਦ ਕਰਮ ਨੂੰ ਕਹੇ। ਨਹੀਂ ਬੇਬੇ, ਐਵੇਂ ਨਾ ਕਹਿ, ਇਹਨੂੰ ਨਹੀਂ ਤਾਂ ਕੀ ਹੋਇਆ, ਸਾਨੂੰ ਤੇਰੀ ਲੋੜ ਹੈ। ਅਸੀਂ ਤੇਰੇ ਬਿਨਾਂ ਕਿਵੇਂ ਜੀਵਾਂਗੇ? ਤੂੰ ਫਿਕਰ ਨਾ ਕਰ, ਅਸੀਂ ਤੈਨੂੰ ਕਰਮ ਤੋਂ ਵੱਧ ਪਿਆਰ ਕਰਾਂਗੇ। ਕਰਮ ਦਾ ਛੋਟਾ ਭਰਾ ਭਾਵੁਕ ਹੋ ਕੇ ਬੋਲਿਆ, ਕਰਮ ਤੂੰ ਅੱਜ ਵੀ ਸਾਡੇ ਨਾਲ ਚੱਲਦੀ ਨਾ, ਅਸੀਂ ਤੈਨੂੰ ਕੁਝ ਵੀ ਨਹੀਂ ਕਹਿਣਾ ਸੀ, ਪਰ ਤੂੰ ਇੰਨੀ ਨਿਰਮੋਹੀ ਹੋਊਂਗੀ। ਤੂੰ ਸਾਨੂੰ ਇੱਕੋ ਪਲ 'ਚ ਵਿਸਾਰਤਾ। ਤੂੰ ਪੱਥਰ ਦਾ ਬੁੱਤ ਬਣੀ ਖੜੀ ਐ। ਓਏ, ਇੱਕ ਪਲ ਤਾਂ ਪੱਥਰ ਵੀ ਖੁਰ ਜਾਂਦਾ। ਤੈਨੂੰ ਤੇਰੇ ਮਾਪਿਆਂ ਦੀ ਹਾਲਤ ਤੇ ਰਤਾ ਵੀ ਤਰਸ ਨਹੀਂ ਆਉਂਦਾ? ਕਰਮ ਦਾ ਚਾਚਾ ਬੋਲਿਆ, ਮੈਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਇਹੀ ਗੱਲਾਂ ਕਰਨੀਆਂ, ਇਸੇ ਲਈ ਮੈਂ ਤੁਹਾਨੂੰ ਮਿਲਣਾ ਨਹੀਂ ਚਾਹੁੰਦੀ ਸੀ। ਬਸ ਬਹੁਤ ਹੋ ਗਿਆ, ਮੇਰਾ ਵਿਆਹ ਇੰਦਰ ਨਾਲ ਹੋ ਚੁੱਕਿਆ ਏ, ਹੁਣ ਕੁਝ ਨਹੀਂ ਹੋ ਸਕਦਾ। ਫਿਰ ਤੁਸੀਂ ਸਾਰੇ ਕਿਉਂ ਗਿਆਨ ਵੰਡੀ ਜਾਂਦੇ ਹੋ? ਉਹ ਤੁਹਾਨੂੰ ਕਿਸੇ ਨੇ ਮਨਾ ਨਹੀਂ ਕੀਤਾ। ਤੁਸੀਂ ਮੇਰੇ ਸਹੁਰੇ ਘਰ ਆ ਸਕਦੇ ਹੋ, ਮੈਨੂੰ ਮਿਲ ਸਕਦੇ ਹੋ। ਉੱਥੇ ਸਾਰੇ ਬਹੁਤ ਵਧੀਆ, ਸਾਰਾ ਪਰਿਵਾਰ ਮੈਨੂੰ ਬਹੁਤ ਪਿਆਰ ਕਰਦਾ ਏ। ਕਰਮ ਨੇ ਤਿੱਖੇ ਸ਼ਬਦਾਂ 'ਚ ਹੀ ਜਵਾਬ ਦਿੱਤਾ। ਅੱਛਾ, ਤਾਂ ਤੂੰ ਸਾਨੂੰ ਮਿਲਣਾ ਨਹੀਂ ਚਾਹੁੰਦੀ ਸੀ? ਸ਼ਾਇਦ ਤੂੰ ਭੁੱਲ ਗਈ। ਜਿਹੜਾ ਭੁੱਲ ਜਾਵੇ ਉਹਨੂੰ ਚੇਤੇ ਕਰਾਉਣ ਦਾ ਵੀ ਕੀ ਫਾਇਦਾ, ਕਿਉਂਕਿ ਉਹਨੇ ਫਿਰ ਭੁੱਲ ਜਾਣਾ। ਚੱਲ, ਤੇਰੀ ਇੱਛਾ ਪੂਰੀ ਕਰ ਦਿੰਨਾ। ਅੱਜ ਤੋਂ ਬਾਅਦ ਅਸੀਂ ਤੈਨੂੰ ਆਪਣੀ ਸ਼ਕਲ ਨਹੀਂ ਦਿਖਾਉਂਦੇ ਤੇ ਤੂੰ ਸਾਨੂੰ ਆਪਣੀ ਸ਼ਕਲ ਨਾ ਦਿਖਾਈ। ਅੱਜ ਤੋਂ ਤੂੰ ਸਾਡੇ ਲਈ ਮਰ ਗਈ ਅਤੇ ਅਸੀਂ ਤੇਰੇ ਲਈ। ਕਰਮ ਦਾ ਵੱਡਾ ਭਰਾ ਬੋਲਿਆ, ਵਾਅਦਾ ਰਿਹਾ ਤੇਰੇ ਨਾਲ, ਇਸ ਪਰਿਵਾਰ 'ਚੋਂ ਹੁਣ ਕੋਈ ਤੇਰੇ ਅੱਗੇ ਨਹੀਂ ਆਊਗਾ। ਤੂੰ ਖੁਸ਼ ਹੈ ਨਾ ਇਸ ਪਰਿਵਾਰ ਨਾਲ? ਠੀਕ ਹੈ, ਰਹਿ ਖੁਸ਼, ਪਰ ਜੇ ਦੁਖੀ ਵੀ ਹੋਈ ਨਾ, ਯਾਦ ਕਰਨ ਦੀ ਕੋਸ਼ਿਸ਼ ਨਾ ਕਰੀ ਕਿ ਤੇਰੇ ਮਾਪਿਆਂ ਦਾ ਜਾਂ ਭਰਾਵਾਂ 'ਚੋਂ ਕੋਈ ਤੇਰੇ ਹੈਗਾ। ਤੇ ਦੂਜੀ ਗੱਲ ਹੋਰ ਸੁਣ ਲਾ, ਆ ਜਿਹੜੇ ਪਰਿਵਾਰ ਤੇ ਤੈਨੂੰ ਇੰਨਾ ਮਾਣ ਆ ਨਾ, ਦੇਖੀ ਕਿਤੇ ਇਹੀ ਤੈਨੂੰ ਖੂਨ ਦੇ ਹੰਝੂ ਨਾ ਰਵਾ ਦੇ, ਕਿਉਂਕਿ ਰੱਬ ਸਭ ਕੁਝ ਦੇਖ ਰਿਹਾ। ਤੇ ਜਿਸ ਤਰ੍ਹਾਂ ਤੂੰ ਸਾਡਾ ਦਿਲ ਦੁਖਾਇਆ, ਖੁਸ਼ ਤੂੰ ਵੀ ਨਹੀਂ ਰਹਿ ਸਕਦੀ। ਇਸ ਗੱਲ ਹੋਰ ਮਾਪਿਆਂ ਦੀ ਇੱਜ਼ਤ ਰੋਲਣ ਵਾਲੀਓ, ਹੁਣ ਕਮ ਸੇ ਕਮ ਆਪਣੀ ਇੱਜ਼ਤ ਸਾਂਭ ਕੇ ਰੱਖੀ। ਕਰਮ ਦਾ ਭਰਾ ਗੁੱਸੇ ਅਤੇ ਦੁਖੀ ਦਿਲ ਨਾਲ ਕਿੰਨਾ ਹੀ ਕੁਝ ਬੋਲ ਗਿਆ। ਉਸ ਤੋਂ ਬਾਅਦ ਪੁਲਿਸ ਦੁਆਰਾ ਕੀਤੀ ਗਈ ਪੁੱਛਗਿੱਛ 'ਚ ਕਰਮ ਨੇ ਸਾਫ਼ ਕਿਹਾ ਕਿ ਉਹ ਇੰਦਰ ਨਾਲ ਹੀ ਜਾਵੇਗੀ। ਦਲੇਰ ਅਤੇ ਬਾਕੀ ਪਰਿਵਾਰਿਕ ਮੈਂਬਰ ਇੱਕ ਵਾਰ ਅੱਜ ਖਾਲੀ ਹੱਥ ਪਿੰਡ ਨੂੰ ਮੁੜ ਪਏ। ਅੱਜ ਲੁਕਾਉਣ ਜਾਂ ਛੁਪਾਉਣ ਦੀ ਕੋਈ ਫਾਇਦਾ ਨਹੀਂ ਸੀ, ਛੁਪਾਇਆ ਜਾ ਵੀ ਨਹੀਂ ਸਕਦਾ ਸੀ। ਪਿੰਡ ਨਾਲ ਗਏ ਮੋਹਤਬਾਰ ਬੰਦਿਆਂ ਨੇ ਦੱਸ ਦਿੱਤਾ ਸੀ ਕਿ ਕਰਮ ਨੇ ਭੱਜ ਕੇ ਵਿਆਹ ਕਰਵਾ ਲਿਆ ਏ।
ਪਿੰਡ ਵਿੱਚ ਤਰਾਸ ਮੱਚ ਗਿਆ ਸੀ। ਕੋਈ ਕਰਮ ਦੇ ਖਿਲਾਫ ਬੋਲਦਾ ਸੀ ਅਤੇ ਕੋਈ ਕਹਿੰਦਾ ਸੀ ਕੁੜੀ ਤਾਂ ਸਿਆਣੀ ਹੈ, ਬਸ ਕਿਸਮਤ 'ਚ ਜਿਹੜੀ ਬਦਨਾਮੀ ਲਿਖੀ ਸੀ ਖੱਟ ਲਈ। ਇਹ ਵੀ ਰੱਬ ਦੀ ਹੀ ਮਰਜ਼ੀ ਆ, ਕਿਸੇ ਦਾ ਉਸ ਡਾਢੇ ਮੋਹਰੇ ਕੋਈ ਜ਼ੋਰ ਨਹੀਂ ਚੱਲਦਾ। ਦਲੇਰ ਸਿੰਘ ਅਤੇ ਉਸਦੇ ਮੁੰਡਿਆਂ ਨੇ ਹੁਣ ਘਰੋਂ ਨਿਕਲਣਾ ਬੰਦ ਕਰ ਦਿੱਤਾ ਸੀ। ਉਹ ਬਸ ਅਨਸਾਰਦੇ ਨੂੰ ਮੂੰਹ ਹਨੇਰੇ ਖੇਤ ਜਾ ਕੇ ਕੰਮ ਕਰ ਆਉਂਦੇ। ਗੁੱਜਰ ਦੀ ਹਾਲਤ ਵੀ ਅਸਹਿ ਸੀ। ਉਹ ਪੁੱਤਰਾਂ ਤੋਂ ਡਰਦੀ ਧੀ ਦਾ ਨਾਮ ਚਾਹੇ ਜ਼ੁਬਾਨ ਤੇ ਨਾ ਲਿਆਉਂਦੀ ਸੀ, ਪਰ ਕਰਮ ਦੇ ਕੀਤੇ ਧੋਖੇ ਨੇ ਉਹਦੇ ਹੱਡਾਂ ਨੂੰ ਰੋਗ ਲਾ ਦਿੱਤਾ ਸੀ। ਉਸ ਦੀ ਸਿਹਤ ਦਿਨੋਂ ਦਿਨ ਨਿੱਘਰਦੀ ਜਾਂਦੀ ਸੀ ਅਤੇ ਉਹਨੂੰ ਕੁਝ ਵੀ ਯਾਦ ਨਾ ਰਹਿੰਦਾ ਸੀ। ਕਈ ਵਾਰ ਤਾਂ ਉਹ ਬੇਹੋਸ਼ ਹੋ ਕੇ ਡਿੱਗ ਪੈਂਦੀ ਅਤੇ ਕਿਤੇ ਕਿੰਨੇ ਘੰਟੇ ਪੈਰਾਂ ਤੇ ਭਾਰ ਇੱਕੋ ਥਾਂ ਤੇ ਬੈਠੀ ਕੀਰਨੇ ਪਾਉਂਦੀ ਰਹਿੰਦੀ। ਦਲੇਰ ਸਿੰਘ ਦੀ ਵੀ ਅੱਖਾਂ ਦੀ ਬਹੁਤੀ ਜੋਤ ਜਾਂਦੀ ਰਹੀ ਸੀ। ਉਹਨੂੰ ਥੋੜਾ ਬਹੁਤ ਹੀ ਦਿਸਦਾ ਸੀ, ਜਿਸ ਦੇ ਸਹਾਰੇ ਉਹ ਖਾ ਪੀ ਲੈਂਦਾ ਅਤੇ ਆਪਣੀ ਕਿਰਿਆ ਸੋਧ ਲੈਂਦਾ। ਦਿਲ ਹੀ ਦਿਲ ਉਹ ਵੀ ਆਪਣੀ ਧੀ ਨੂੰ ਕੋਸਦਾ ਕਿ ਤੂੰ ਕਿਉਂ ਸਾਡੇ ਨਾਲ ਧੋਖਾ ਕਮਾ ਗਈ ਧੀਏ। ਪਿੰਡ ਦੇ ਬਹੁਤੇ ਲੋਕਾਂ ਨੂੰ ਵੀ ਉਹਨਾਂ ਤੇ ਦਇਆ ਆਉਂਦੀ ਸੀ। ਸੀਤੋ ਨੇ ਵੀ ਹੁਣ ਕਦੇ ਉਹਨਾਂ ਨੂੰ ਕੋਈ ਤਾਨਾ ਨਹੀਂ ਮਾਰਿਆ ਸੀ, ਪਰ ਕੋਈ ਨਾ ਕੋਈ ਲਾਗ ਡਾਟ ਵਾਲਾ ਉਹਨਾਂ ਨੂੰ ਕਹਿ ਹੀ ਦਿੰਦਾ, ਤੁਸੀਂ ਕੀ ਬੋਲਣ ਨੂੰ ਮਰਦੇ ਹੋ, ਕੁੜੀ ਤਾਂ ਤੁਹਾਡੀ ਸਾਂਭੀ ਨਾ ਗਈ, ਨਿਕਲ ਗਈ ਨੰਗ ਨਾਲ। ਆਖੇ ਜੀ ਅਸੀਂ ਅਫਸਰਨੀ ਬਣਾਉਣੀ ਆ, ਬਣ ਗਈ ਅਫਸਰਨੀ ਭਾਂਡੇ ਮਾਂਜਣ ਵਾਲੀ। ਉੱਥੇ ਸੜੇ ਜੇ ਨੰਗ ਜੱਟਾਂ ਦੇ ਸਾਰੀ ਉਮਰ ਗੋਹਾ ਸੁੱਟੂਗੀ ਤੁਹਾਡੀ ਅਫਸਰਨੀ, ਨਾਲ ਮਾਂਜੂਗੀ ਭਾਂਡੇ। ਪਰਿਵਾਰ ਲਈ ਇਹ ਦਿਲ ਚੀਰਵੇਂ ਬੋਲ ਜਿੰਨੇ ਅਸਹਿ ਹੁੰਦੇ, ਉਹਨੇ ਹੀ ਉਹਨਾਂ ਦੇ ਹਮਦਰਦਾਂ ਨੂੰ ਵੀ ਚੁੱਭਦੇ, ਪਰ ਕੋਈ ਚਾਹ ਕੇ ਵੀ ਕੁਝ ਨਹੀਂ ਕਰ ਸਕਦਾ ਸੀ। ਇਸ ਲਈ ਸਾਰੇ ਉਹਨਾਂ ਨੂੰ ਇਹੀ ਸਮਝਾਉਂਦੇ, ਭਾਈ ਕੰਨਾਂ 'ਚ ਕੌੜਾ ਤੇਲ ਪਾ ਲਓ, ਫਿਰ ਕਿਤੇ ਜ਼ਿੰਦਗੀ ਨਿਕਲੂ। ਲੋਕਾਂ ਨੇ ਤਾਂ ਇੰਜੀ ਬੋਲੀ ਜਾਣਾ, ਇੱਕ ਅੱਧਾ ਮੁੰਡਾ ਵਿਆਹ ਲਓ ਨਾਲ ਗੁੱਜਰ ਨੂੰ, ਸੌਖਾ ਹੋ ਜੂ। ਕੋਈ ਕੁੜੀ ਘਰੇ ਆਜੂ ਤਾਂ ਉਹਦੇ ਦਿਲ ਤੋਂ ਵੀ ਗੱਲ ਪਾਸੇ ਹੋ ਜੂ। ਪਰ ਉਸ ਤੋਂ ਬਾਅਦ ਸਾਰੇ ਪਿੰਡ ਨੇ ਕਸਮ ਖਾ ਲਈ ਕਿ ਕਿਸੇ ਕੁੜੀ ਨੂੰ 10 ਤੋਂ ਵੱਧ ਨਹੀਂ ਪੜਾਉਣਾ। 10 ਕਰਦਿਆਂ ਹੀ ਬਸ ਮੁੰਡਾ ਭਾਲੋ ਤੇ ਵਿਆਹ ਕਰ ਦੋ। ਕਰਮ ਆਪਣੇ ਅਤੇ ਮਾਪਿਆਂ ਦੇ ਹੀ ਨਹੀਂ, ਪਿੰਡ ਦੀਆਂ ਕਿੰਨੀਆਂ ਕੁੜੀਆਂ ਹੀ ਬੇਕਸੂਰ ਅਤੇ ਭੋਲੀਆਂ ਕੁੜੀਆਂ ਦੇ ਸੁਪਨੇ ਮਿੱਟੀ 'ਚ ਰੋਲ ਗਈ ਸੀ। ਉਧਰ ਕਰਮ ਨੂੰ ਅਜੇ ਨਵੇਂ ਵਿਆਹ ਦਾ ਚਾਅ ਸੀ, ਇਸ ਲਈ ਅੱਗੇ ਭਵਿੱਖ ਦਾ ਉਹਨੂੰ ਕੋਈ ਖਿਆਲ ਨਹੀਂ ਸੀ। ਅੰਤਾਂ ਦੀ ਸੋਹਣੀ ਤਾਂ ਉਹ ਪਹਿਲਾਂ ਹੀ ਸੀ, ਵਿਆਹ ਕਰਾ ਕੇ ਤਾਂ ਉਹਨੂੰ ਹੋਰ ਵੀ ਲੋੜਿਆਂ ਦਾ ਰੂਪ ਚੜ੍ਹ ਆਇਆ ਸੀ। ਸਹੁਰਿਆਂ ਦੇ ਪਿੰਡ ਦਾ ਜਿਹੜਾ ਵੀ ਮੁੰਡਾ ਉਹਨੂੰ ਤੱਕਦਾ ਹੌਕੇ ਲੈਂਦਾ ਰਹਿ ਜਾਂਦਾ। ਪਿੰਡ ਦੇ ਕਈ ਮੁੰਡੇ ਤਾਂ ਉਹਨੂੰ ਆਨੀ ਬਹਾਨੀ ਦੇਖਣ ਲਈ ਗੇੜੇ ਮਾਰਦੇ ਅਤੇ ਕਹਿੰਦੇ, ਬੱਲੇ ਓਏ ਇੰਦਰ ਦੀ ਕਿਸਮਤ, ਦੇਖੋ ਸਹੁਰੀ ਦਾ ਟੀਸੀ ਵਾਲਾ ਬੇਰ ਤੋੜ ਲਿਆਇਆ। ਟੀਸੀ ਵਾਲਾ ਬੇਰ ਤਾਂ ਲੈ ਆਇਆ, ਪਰ ਸਾਲੇ ਦੇ ਘਰੇ ਤਾਂ ਅੱਗ ਭੁੱਜਦੀ ਆ। ਇਹੋ ਜੇ ਨੰਗਾ ਨੂੰ ਵੀ ਸੱਚੀ ਸਿਰੇ ਦੀ ਰੰਨ ਮਿਲ ਗਈ ਆ, ਪਤਾ ਨਹੀਂ ਕੀ ਜਾਦੂ ਕਰਦੇ ਆ। ਦੂਜਾ ਜਣਾ ਬੋਲਦਾ, ਜਾਦੂ ਤਾਂ ਪਤਾ ਨਹੀਂ, ਪਰ ਇਹ ਪਰੀਆਂ ਦੀ ਭੈਣ ਤਾਂ ਮਹਿਲਾਂ 'ਚ ਰਾਜ ਕਰਨ ਲਈ ਬਣਾਈ ਏ ਰੱਬ ਨੇ। ਕਾਸ਼ ਮੇਰੇ ਘਰ ਆਈ ਹੁੰਦੀ, ਦਿਲ ਦੀ ਰਾਣੀ ਬਣਾ ਕੇ ਰੱਖਦਾ ਓਏ ਇਸ ਨਾਗ ਦੀ ਬੱਚੀ ਨੂੰ। ਕੋਈ ਹੋਰ ਮੁੰਡਾ ਕਾਮ 'ਚ ਨਸ਼ਿਆ ਕੇ ਬੋਲਦਾ, ਗੱਲ ਤੇਰੀ ਸਹੀ ਹੈ ਬਾਈ, ਇੰਦਰ ਵਰਗੇ ਨਸ਼ੇੜੀ ਤੋਂ ਬਹੁਤਾ ਚਿਰ ਨਹੀਂ ਸਾਂਭੀ ਜਾਣੀ। ਤੂੰ ਦੇਖੀ ਜਾਈ, ਛੇਤੀ ਹੀ ਇਹਦੀ ਡੋਰ ਤੇਰੇ ਮੇਰੇ ਦੇ ਹੱਥ ਆਈ ਲੈ। ਨਾਲ ਇਹੋ ਜੀ ਰੰਨ ਕੀ ਭਾਲਦੀ ਆ, ਤੇਥੋਂ ਕਿਹੜਾ ਲੁਕਿਆ। ਇਸ ਵਾਰ ਚੰਨੀ ਅੱਖ ਦੱਬ ਕੇ ਬੋਲਿਆ, ਖਬਰਦਾਰ ਓਏ, ਜੇ ਕਿਸੇ ਨੇ ਗੰਦੀ ਨਜ਼ਰ ਰੱਖੀ ਉਹਦੇ ਤੇ, ਇੰਦਰ ਤੋਂ ਬਾਅਦ ਇਹ ਮੋਰਨੀ ਹੈਰੀ ਦੀ ਆ, ਲੱਗੀ ਸਮਝ। ਗੱਲ ਧਿਆਨ 'ਚ ਰੱਖਿਓ, ਨਹੀਂ ਤਾਂ ਫੇਰ। ਨਹੀਂ ਬਾਈ ਨਹੀਂ, ਬਿਲਕੁਲ ਤੇਰੀ ਆ, ਕੋਈ ਉਹਦੇ ਵੱਲ ਝਾਕੂਗਾ ਵੀ ਨਹੀਂ ਸਾਡੇ ਚੋਂ। ਬਾਕੀ ਮੁੰਡੇ ਹੈਰੀ ਤੋਂ ਡਰਦੇ ਹੋਏ ਬੋਲੇ। ਹੈਰੀ ਉਸ ਪਿੰਡ ਦੇ ਸਭ ਤੋਂ ਤਕੜੇ ਘਰ ਦਾ ਮੁੰਡਾ ਸੀ। ਪਿੰਡ 'ਚ ਉਹਨਾਂ ਨੂੰ ਹਵੇਲੀ ਵਾਲੇ ਸਰਦਾਰ ਕਹਿੰਦੇ ਸੀ। ਖੁੱਲੀ ਜ਼ਮੀਨ ਜਾਇਦਾਦ ਅਤੇ ਪੈਸੇ ਟਕੇ ਕਰਕੇ ਹੈਰੀ ਦੀ ਸਾਰੇ ਪਿੰਡ ਦੇ ਮੁੰਡਿਆਂ ਉੱਤੇ ਚੌਧਰ ਚੱਲਦੀ ਸੀ। ਉੱਪਰੋਂ ਹੈਰੀ ਗੁੱਸੇ ਦਾ ਵੀ ਖਾਸਾ ਤਕੜਾ ਸੀ। ਨੇੜੇ ਤੇੜੇ ਦੇ ਪਿੰਡਾਂ ਦੇ ਮੁੰਡੇ ਵੀ ਉਹਦੇ ਤੋਂ ਡਰਦੇ ਪੰਗਾ ਨਹੀਂ ਲੈਂਦੇ ਸੀ।
ਕਰਮ ਦੇ ਰੂਪ ਦੀ ਖੁਸ਼ਬੂ ਭਾਵੇਂ ਪਿੰਡ ਦੀਆਂ ਹੱਦਾਂ ਟੱਪ ਕੇ ਨਾਲ ਦੇ ਪਿੰਡਾਂ 'ਚ ਪਹੁੰਚ ਗਈ ਸੀ, ਪਰ ਭੋਰੇ ਜਿਵੇਂ ਸੁਗੰਧੇ ਹੋਏ ਆਉਂਦੇ ਉਵੇਂ ਹੀ ਹੈਰੀ ਤੋਂ ਡਰਦੇ ਮੁੜ ਜਾਂਦੇ। ਹੈਰੀ ਹਰ ਵੇਲੇ ਕਰਮ ਨੂੰ ਫਸਾਉਣ ਦੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ, ਜਿਸ ਕਰਕੇ ਉਹਨੇ ਇੰਦਰ ਨਾਲ ਯਾਰਾਨਾ ਵੀ ਪਾ ਲਿਆ ਸੀ ਅਤੇ ਉਹਨਾਂ ਦੇ ਘਰ ਆਉਣ ਜਾਣ ਲੱਗਾ ਸੀ। ਉਹ ਗੱਲਾਂ 'ਚ ਕਰਮ ਨੂੰ ਬਹੁਤ ਕੁਝ ਕਹਿੰਦਾ ਰਹਿੰਦਾ, ਪਰ ਕਰਮ ਸਿਰਫ ਇੰਦਰ ਦੀ ਸੀ। ਇਸੇ ਲਈ ਉਹ ਹੈਰੀ ਦੀਆਂ ਗੱਲਾਂ ਨੂੰ ਨਿਰੀ ਬਕਵਾਸ ਸਮਝ ਕੇ ਅੱਡੀਆਂ ਨਾਲ ਭੋਰ ਜਾਂਦੀ, ਪਰ ਹੈਰੀ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਸੀ। ਉਹ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ। ਕਈ ਵਾਰ ਗੱਲਾਂ 'ਚ ਹੈਰੀ ਇੰਦਰ ਦੀਆਂ ਕਮੀਆਂ ਕਰਮ ਨੂੰ ਗਿਣਾਉਂਦਾ, ਪਰ ਉਹ ਪਰਵਾਹ ਨਾ ਕਰਦੀ। ਕਰਮ ਆਪਣੇ ਸਹੁਰੇ ਘਰ ਬਹੁਤ ਖੁਸ਼ ਸੀ। ਵਿਆਹ ਨੂੰ 2 ਮਹੀਨੇ ਹੋ ਚੱਲੇ ਸਨ ਅਤੇ ਹੋਰ 4 ਮਹੀਨਿਆਂ ਨੂੰ ਕਰਮ ਦੇ ਘਰ ਨਿੱਕਾ ਜਿਹਾ ਮਹਿਮਾਨ ਆ ਜਾਣਾ ਸੀ। ਇੰਦਰ ਦੁਕਾਨ ਉੱਤੇ ਕੰਮ ਕਰਦਾ ਅਤੇ ਉਹਦਾ ਪਿਓ ਵੀ ਆਪਣਾ ਕੰਮ ਕਰਦਾ ਸੀ, ਜਿਸ ਕਰਕੇ ਘਰ ਦਾ ਗੁਜ਼ਾਰਾ ਵੀ ਵਧੀਆ ਚੱਲ ਰਿਹਾ ਸੀ। ਅੱਜ ਦੀ ਘੜੀ ਕਰਮ ਨੂੰ ਮਾਪੇ ਤਾਂ ਕਿ ਰੱਬ ਵੀ ਯਾਦ ਨਹੀਂ ਸੀ। ਸਮਾਂ ਬੀਤਦਾ ਗਿਆ। ਹੈਰੀ ਆਪਣੀਆਂ ਕੋਸ਼ਿਸ਼ਾਂ ਕਰਦਾ ਰਿਹਾ ਅਤੇ ਕਰਮ ਉਹਨੂੰ ਲਗਾਤਾਰ ਅਣਦੇਖਿਆ ਕਰਦੀ ਰਹੀ। ਗਲੀ ਗਵਾਂਢ ਦੀਆਂ ਔਰਤਾਂ ਪਹਿਲਾਂ ਕਰਮ ਨੂੰ ਮਿਹਣੇ ਮਾਰਦੀਆਂ, ਕਹਿੰਦੀਆਂ ਉਦਲ ਕੇ ਆਈ ਐ, ਇਹਦਾ ਤਾਂ ਪਰਛਾਵਾਂ ਲਿਆ ਵੀ ਮਾੜਾ, ਕੁੜੀਆਂ ਨੂੰ ਇਹਦੇ ਤੋਂ ਦੂਰ ਰੱਖੋ, ਇਹਦੇ ਵਾਲੇ ਚੱਜ ਸਿੱਖਣਗੀਆਂ। ਪਰ ਹੌਲੀ ਹੌਲੀ ਸਭ ਉਹਦੇ ਨਾਲ ਰਚ ਮਿਚ ਗਈਆਂ। ਆਪਣੇ ਵਧੀਆ ਅਤੇ ਮਜ਼ਾਕੀਏ ਸੁਭਾਅ ਕਰਕੇ ਕਰਮ ਨੇ ਜਲਦੀ ਹੀ ਸਭ ਦਾ ਦਿਲ ਜਿੱਤ ਲਿਆ। 4 ਮਹੀਨੇ ਬੀਤੇ। ਇੱਕ ਦਿਨ ਅਚਾਨਕ ਕਰਮ ਨੂੰ ਪ੍ਰਸੂਤ ਪੀੜਾ ਉੱਠ ਪਈਆਂ। ਇੰਦਰ ਕੋਲ ਕੋਈ ਸਾਧਨ ਨਹੀਂ ਸੀ, ਇਸ ਲਈ ਹੈਰੀ ਉਹਨੂੰ ਆਪਣੀ ਗੱਡੀ ਉੱਤੇ ਹਸਪਤਾਲ ਲੈ ਕੇ ਗਿਆ। ਇੱਕ ਰਾਤ ਅਤੇ ਇੱਕ ਦਿਨ ਪ੍ਰਸੂਤ ਪੀੜਾ ਝੱਲ ਕੇ ਕਰਮ ਨੇ ਇੱਕ ਨੰਨੀ ਜਿਹੀ ਪਰੀ ਨੂੰ ਜਨਮ ਦਿੱਤਾ ਸੀ, ਜੋ ਕਿ ਕਰਮ ਤੋਂ ਵੀ ਕਿਤੇ ਵੱਧ ਕੇ ਸੋਹਣੀ ਸੀ। ਸਵੇਰੇ 3 ਵਜੇ ਕਰਮ ਦੇ ਘਰ ਲక్ష్ਮੀ ਆਈ ਅਤੇ 5 ਵਜੇ ਨੂੰ ਘਰ ਸੋਗ ਪੈ ਗਿਆ ਸੀ। ਇੰਦਰ ਨੂੰ ਆਪਣੀ ਧੀ ਓਨੀ ਹੀ ਪਿਆਰੀ ਸੀ ਜਿੰਨੀ ਦਲੇਰ ਸਿੰਘ ਨੂੰ ਕਰਮ, ਪਰ ਇੰਦਰ ਦੀ ਮਾਂ ਨੂੰ ਆਪਣੇ ਘਰ ਪੋਤਾ ਚਾਹੀਦਾ ਸੀ, ਜਿਸ ਕਰਕੇ ਉਹ ਕਰਮ ਤੋਂ ਬਹੁਤ ਨਾਰਾਜ਼ ਸੀ, ਕਿਉਂਕਿ ਕਰਮ ਨੇ ਉਹਦੇ ਕਹੇ ਅਨੁਸਾਰ ਟੈਸਟ ਨਹੀਂ ਕਰਵਾਇਆ ਸੀ। ਕਰਮ ਦੀ ਸੱਸ ਜਲ ਕੌਰ ਆਪਣੀ ਪੋਤੀ ਨੂੰ ਹਸਪਤਾਲ ਵਿੱਚ ਦੇਖਣ ਤੱਕ ਨਾ ਗਈ। ਕਰਮ ਦੇ ਦਿਲ ਨੂੰ ਇਹ ਗੱਲ ਬੜੀ ਚੁਭੀ ਸੀ। ਅੱਜ ਉਹਨੂੰ ਅਹਿਸਾਸ ਹੋਇਆ ਸੀ ਕਿ ਜਲ ਕੌਰ ਦੀ ਥਾਂ ਉਹਦੀ ਆਪਣੀ ਮਾਂ ਹੁੰਦੀ ਤਾਂ ਉਹਨੇ ਆਪਣੀ ਦੋਹਤੀ ਦੇ ਆਉਣ ਦਾ ਕਿੰਨਾ ਚਾਅ ਕਰਨਾ ਸੀ। ਦੋਹਤੀ ਦੇ ਜਨਮ ਲੈਣ ਦੀ ਖੁਸ਼ੀ 'ਚ ਨਾਨੇ ਤਾਂ ਪੱਕਾ ਸਾਰੇ ਪਿੰਡ 'ਚ ਲੱਡੂ ਵੀ ਵੰਡ ਦੇਣੇ ਸੀ। ਇਹ ਸਭ ਸੋਚ ਕੇ ਕਰਮ ਦੀਆਂ ਅੱਖਾਂ ਭਰ ਆਈਆਂ। ਨਾਰਮਲ ਡਿਲੀਵਰੀ ਹੋਣ ਕਰਕੇ ਨਰਸ ਨੇ ਦੂਜੇ ਦਿਨ ਹੀ ਕਰਮ ਅਤੇ ਉਸਦੀ ਨੰਨੀ ਪਰੀ ਨੂੰ ਘਰ ਨੂੰ ਤੋਰ ਦਿੱਤਾ ਸੀ। ਜਲ ਕੌਰ ਕਰਮ ਨੂੰ ਗੱਡੀ 'ਚੋਂ ਉਤਰਦਿਆਂ ਦੇਖ ਹੀ ਸੜ ਭੁੱਜ ਗਈ ਅਤੇ ਆਵਾ ਤਵਾ ਬੋਲਣ ਲੱਗੀ, ਮਾਰਿਆ ਪੱਥਰ ਸਾਡੇ ਮੱਥੇ, ਉਦੋਂ ਸਾਡੀ ਮੰਨੀ ਹੁੰਦੀ ਤਾਂ ਅੱਜ ਮੈਂ ਪੋਤੇ ਨੂੰ ਚਾਈ ਘਰੇ ਲਿਆਉਂਦੀ, ਪਰ ਜਦ ਤੂੰ ਮਾਪਿਆਂ ਦੀ ਨਾ ਮੰਨੀ, ਉਹ ਤੇਰੇ ਪੈਰੀ ਪੱਗਾਂ ਚੁੰਨੀਆਂ ਧਰ ਕੇ ਮੋੜ ਗਏ, ਫੇਰ ਅਸੀਂ ਕਿਸ ਦੇ ਵਿਚਾਰਾਂ। ਜਲ ਕੌਰ ਨੇ ਕਰਮ ਅਤੇ ਉਸਦੀ ਧੀ ਦਾ ਸਵਾਗਤ ਕਰਨ ਦੀ ਥਾਂ ਮਿਹਣਾ ਮਾਰਿਆ। ਉਹ ਕਿਉਂ ਮੰਮੀ ਤੁਸੀਂ ਬੋਲੀ ਜਾਂਦੇ ਹੋ, ਕੁੜੀ ਕੀ ਮਾੜੀਆਂ ਹੁੰਦੀਆਂ, ਇਹ ਵੀ ਤਾਂ ਰੱਬ ਦੀ ਦਾਤ ਹੈ, ਤੁਸੀਂ ਵੀ ਤਾਂ ਇੱਕ ਕੁੜੀ ਹੋ। ਇੰਦਰ ਨੇ ਮਾਂ ਨੂੰ ਟੋਕਿਆ। ਆਹੋ ਕੁੜੀਆਂ ਮਾੜੀਆਂ ਨਹੀਂ ਹੁੰਦੀਆਂ, ਪਰ ਚੰਗੀਆਂ ਵੀ ਨਹੀਂ ਹੁੰਦੀਆਂ। ਮੇਰੀ ਬਰਾਬਰੀ ਕੀ ਕਰੋਗੇ ਤੁਸੀਂ? ਮੈਂ ਤਾਂ ਕਦੇ ਗਿੱਲੀ ਮਿੱਟੀ ਤੇ ਪੈਰ ਨਹੀਂ ਧਰਿਆ, ਪਰ ਵਿੱਚ ਤੇਰੀ ਤੀਵੀਂ ਵਰਗੀਆਂ ਵੀ ਹੁੰਦੀਆਂ, ਜਿਹੜੀਆਂ ਘਰੋਂ ਨਿਕਲ ਕੇ ਮਾਪਿਆਂ ਦੀ ਪੱਤ ਰੋਲ ਦਿੰਦੀਆਂ। ਇਹ ਕਿਹੜਾ ਮਾਂ ਵਾਲੇ ਲੱਛਣ ਨਾ ਸਿੱਖੂ। ਕੱਲ ਨੂੰ ਜੇ ਇਹ ਵੀ ਮਾਂ ਵਾਂਗੂ ਉਦਲ ਗਈ, ਫਿਰ ਕਿਹੜੇ ਖੂਹ ਖਾਤੇ ਡੁੱਬਾਂਗੇ ਦੱਸ ਅਸੀਂ। ਜਲ ਕੌਰ ਨੇ ਬਿਨ ਸੋਚੇ ਸਮਝੇ ਕਰਮ ਦੇ ਦਿਲ ਨੂੰ ਡੂੰਘੀ ਸੱਟ ਮਾਰੀ ਸੀ। ਜਲ ਕੌਰ ਦੀਆਂ ਕਰਾਰੀਆਂ ਸੁਣ ਕੇ ਕਰਮ ਨੂੰ ਅੱਜ ਆਪਣੇ ਮਾਪੇ ਯਾਦ ਆ ਰਹੇ ਸਨ। ਉਹਨੂੰ ਅੱਜ ਭਰਾ ਦੇ ਕਹੇ ਬੋਲ ਵੀ ਵਾਰ-ਵਾਰ ਚੇਤੇ ਆ ਰਹੇ ਸਨ। 6 ਮਹੀਨੇ ਪਹਿਲਾਂ ਦਾ ਸਾਰਾ ਦ੍ਰਿਸ਼ ਅਚਾਨਕ ਉਹਦੀਆਂ ਅੱਖਾਂ ਅੱਗੇ ਘੁੰਮਣ ਲੱਗਾ। ਉਹਨੂੰ ਲੱਗਾ ਉਹ ਹੁਣੇ ਚੱਕਰ ਖਾ ਕੇ ਡਿੱਗ ਪਵੇਗੀ। ਡਿੱਗ ਵੀ ਪੈਂਦੀ ਜੇਕਰ ਹੈਰੀ ਉਹਨੂੰ ਨਾ ਬੋਚਦਾ। ਬੇਗਾਨੇ ਹੱਥਾਂ ਦੀ ਛੋਹ ਪਾ ਕੇ ਕਰਮ ਦੇ ਯਕਦਮ ਹੋਸ਼ ਪਰਤ ਆਏ ਅਤੇ ਉਹਨੇ ਹੈਰੀ ਤੋਂ ਆਪਣੇ ਆਪ ਨੂੰ ਦੂਰ ਕੀਤਾ। ਇੰਦਰ ਨੇ ਕਰਮ ਤੋਂ ਆਪਣੀ ਬੱਚੀ ਫੜੀ ਅਤੇ ਉਹਨੂੰ ਅੰਦਰ ਆ ਕੇ ਆਰਾਮ ਕਰਨ ਲਈ ਕਿਹਾ। ਇੰਦਰ ਨੇ ਉਹਨੂੰ ਸਮਝਾਇਆ ਕਿ ਐਵੇਂ ਦਿਲ ਤੇ ਨਾ ਲਾਈ, ਬੁੜੀ ਨੂੰ ਤਾਂ ਆਦਤ ਹੀ ਹੁੰਦੀ, ਤੂੰ ਫਿਕਰ ਨਾ ਕਰ, ਹੌਲੀ ਹੌਲੀ ਸਭ ਠੀਕ ਹੋ ਜੂ।
ਪਰ ਗੱਲ ਤਾਂ ਦਿਲ ਤੇ ਲੱਗ ਹੀ ਗਈ ਸੀ। ਸਭ ਠੀਕ ਹੋ ਜੂ ਜਾਂ ਨਹੀਂ ਇਹ ਤਾਂ ਸਮੇਂ ਨੇ ਦੱਸਣਾ ਸੀ। ਕਰਮ ਹੁਣ ਇਕੱਲੀ ਹੀ ਆਪਣੀ ਧੀ ਦੀ ਦੇਖਭਾਲ ਕਰਦੀ ਸੀ। ਜਲ ਕੌਰ ਨਾ ਹੀ ਆਪਣੀ ਪੋਤੀ ਖੁਸ਼ੀ ਨੂੰ ਚੱਕਦੀ ਧਰਦੀ ਅਤੇ ਨਾ ਹੀ ਘਰ ਦਾ ਕੋਈ ਹੋਰ ਕੰਮ ਧੰਦਾ ਕਰਦੀ। ਕਰਮ ਲਈ ਇਕੱਲੇ ਦੋਨੋਂ ਪਾਸੇ ਹੋਣਾ ਬਹੁਤ ਔਖਾ ਹੋ ਗਿਆ ਸੀ। ਇੰਦਰ ਨੇ ਕਰਮ ਦਾ ਹੱਥ ਵਟਾਉਣ ਲਈ ਦੁਕਾਨ ਤੋਂ ਛੁੱਟੀ ਕਰ ਲਈ ਸੀ ਅਤੇ ਘਰੇ ਰਹਿ ਕੇ ਕਰਮ ਦੀ ਮਦਦ ਕਰਦਾ। ਕਰਮ ਜਿਵੇਂ ਜਿਵੇਂ ਇਸ ਪਰਿਵਾਰ 'ਚ ਰਹਿ ਰਹੀ ਸੀ ਉਵੇਂ ਹੀ ਉਹਨਾਂ ਦੇ ਭੇਤ ਪਰਤ ਡਰ ਪਰਤ ਖੁੱਲ ਰਹੇ ਸੀ। ਇੱਕ ਦਿਨ ਕਰਮ ਨੇ ਸੱਸ ਸਹੁਰਾ ਅਤੇ ਇੰਦਰ ਨੂੰ ਗੱਲ ਕਰਦੇ ਸੁਣਿਆ ਤਾਂ ਉਹਨੂੰ ਪਤਾ ਲੱਗਾ ਕਿ ਉਹਨਾਂ ਸਿਰ 6 ਲੱਖ ਰੁਪਏ ਕਰਜ਼ਾ ਏ, ਜਿਸ ਦਾ ਵਿਆਜ ਤੱਕ ਨਾ ਮੋੜਨ ਕਰਕੇ ਉਹ ਰੋਜ਼ ਦੀ ਰੋਜ਼ ਵੱਧ ਰਿਹਾ ਸੀ। ਕਰਮ ਨੂੰ ਇੱਕਦਮ ਇਹ ਸਭ ਸੁਣ ਕੇ ਬੜਾ ਧੱਕਾ ਲੱਗਾ। ਜਿਸ ਇੰਦਰ ਉੱਤੇ ਉਹਨੇ ਆਪਣੇ ਆਪ ਤੋਂ ਵੱਧ ਕੇ ਵਿਸ਼ਵਾਸ ਕੀਤਾ ਸੀ ਉਹੀ ਉਹਦੇ ਤੋਂ ਇੰਨੇ ਵੱਡੇ ਵੱਡੇ ਰਾਜ ਲੁਕਾਈ ਬੈਠਾ ਸੀ। ਕਰਮ ਦਾ ਦਿਲ ਅੱਜ ਬਹੁਤ ਉਦਾਸ ਸੀ ਅਤੇ ਉਹਨੂੰ ਲੱਗ ਰਿਹਾ ਸੀ ਕਿ ਪਤਾ ਨਹੀਂ ਹੋਰ ਕੀ ਕੀ ਗੱਲਾਂ ਇੰਦਰ ਨੇ ਉਹਦੇ ਤੋਂ ਲੁਕੋ ਕੇ ਰੱਖੀਆਂ ਹੋਣੀਆਂ। ਹੁਣ ਕਰਮ ਨੂੰ ਹਰ ਪਲ ਸਹੁਰਿਆਂ ਦੇ ਪਰਿਵਾਰ ਤੇ ਸ਼ੱਕ ਜਿਹਾ ਬਣਿਆ ਰਹਿੰਦਾ, ਜਿਸ ਕਰਕੇ ਹੁਣ ਉਹ ਇੰਦਰ ਉੱਤੇ ਵੀ ਨਜ਼ਰ ਬਣਾਈ ਰੱਖਦੀ। ਖੁਸ਼ੀ ਹੁਣ 1 ਮਹੀਨੇ ਦੀ ਹੋ ਚੁੱਕੀ ਸੀ ਪਰ ਉਸ ਦੀ ਦਾਦੀ ਨੇ ਉਹਨੂੰ ਨਹੀਂ ਅਪਣਾਇਆ ਸੀ। ਇੱਕ ਦਿਨ ਕਰਮ ਘਰ ਦੇ ਕੰਮ ਧੰਦੇ ਨਿਬੇੜ ਕੇ ਖੁਸ਼ੀ ਦੇ ਨਾਲ ਪਈ ਹੀ ਸੀ ਸੌ ਗਈ। ਕੁਝ ਸਮੇਂ ਬਾਅਦ ਉਹਨੂੰ ਨਾਲ ਦੇ ਕਮਰੇ ਵਿੱਚੋਂ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ। ਇਹ ਆਵਾਜ਼ਾਂ ਐਵੇਂ ਸਨ ਜਿਵੇਂ ਕੋਈ ਸਮਾਨ ਨੂੰ ਫਰੋਲ ਕੇ ਕੁਝ ਲੱਭ ਰਿਹਾ ਹੋਵੇ। ਇਹਨਾਂ ਆਵਾਜ਼ਾਂ ਕਰਕੇ ਹੀ ਉਹਦੀ ਅੱਖ ਖੁੱਲ ਗਈ ਸੀ ਅਤੇ ਉਹਨੇ ਉੱਠ ਕੇ ਆਪਣੇ ਕਮਰੇ 'ਚੋਂ ਬਣੇ ਇੱਕ ਛੋਟੇ ਦਰਵਾਜ਼ੇ ਰਾਹੀਂ ਦੂਜੇ ਕਮਰੇ ਵਿੱਚ ਦੇਖਿਆ। ਜਿਵੇਂ ਹੀ ਦੂਜੇ ਕਮਰੇ ਵਿਚਲੀ ਸਥਿਤੀ ਉਹਨੂੰ ਸਾਫ਼ ਤਰ੍ਹਾਂ ਦਿਖਾਈ ਦਿੱਤੀ, ਉਹਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਹਦਾ ਸਰੀਰ ਇੱਕਦਮ ਪਸੀਨੋ ਪਸੀਨੀ ਹੋ ਗਿਆ। ਉਹਨੂੰ ਆਪਣੀਆਂ ਅੱਖਾਂ ਉੱਤੇ ਇੱਕ ਪਲ ਲਈ ਯਕੀਨ ਹੀ ਨਾ ਆਇਆ। ਉਹਨੇ ਜਲਦੀ ਨਾਲ ਦੁਬਾਰੇ ਦਰਵਾਜ਼ੇ ਦੀਆਂ ਚੀਥਾਂ ਰਾਹੀਂ ਅੰਦਰ ਝਾਤੀ ਮਾਰੀ। ਉਹਨੇ ਜੋ ਇੱਕ ਪਲ ਪਹਿਲਾਂ ਦੇਖਿਆ ਸੀ ਉਹ ਬਿਲਕੁਲ ਸੱਚ ਸੀ। ਹਾਂ ਬਿਲਕੁਲ ਉਹੀ ਸੱਚ ਸੀ। ਕਰਮ ਨੂੰ ਸਮਝ ਨਹੀਂ ਆ ਰਿਹਾ ਸੀ ਉਹਨੇ ਕੀ ਦੇਖਿਆ ਹੁਣੇ ਅਤੇ ਹੁਣ ਉਹ ਕੀ ਕਰੇ। ਉਹ ਖੁਦ ਨੂੰ ਸੰਭਾਲਦੀ ਹੋਈ ਵਾਪਿਸ ਬੈੱਡ ਉੱਤੇ ਆ ਕੇ ਬੈਠ ਗਈ ਅਤੇ ਉੱਚੀ ਉੱਚੀ ਰੋਣ ਲੱਗੀ। ਉਹਦੇ ਰੋਣ ਦੀ ਆਵਾਜ਼ ਸੁਣ ਕੇ ਇੰਦਰ ਵੀ ਭੱਜ ਕੇ ਉਹਦੇ ਕੋਲ ਆਇਆ ਅਤੇ ਉਹਨੂੰ ਰੋਣ ਦਾ ਕਾਰਨ ਪੁੱਛਣ ਲੱਗਾ। ਕਰਮ ਦਾ ਰੋ ਰੋ ਕੇ ਇੰਨਾ ਬੁਰਾ ਹਾਲ ਸੀ ਕਿ ਉਹ ਕੁਝ ਵੀ ਦੱਸ ਨਹੀਂ ਪਾ ਰਹੀ ਸੀ। ਇੰਦਰ ਹੁਣ ਡਰ ਚੁੱਕਾ ਸੀ। ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਰਮ ਨੂੰ ਹੋਇਆ ਕੀ ਹੈ। ਉਹਨੇ ਬਹੁਤ ਕੋਸ਼ਿਸ਼ ਕੀਤੀ ਪੁੱਛਣ ਦੀ ਪਰ ਕਰਮ ਨੇ ਕੁਝ ਨਾ ਦੱਸਿਆ। ਫਿਰ ਵੀ ਇੰਦਰ ਵਾਰ-ਵਾਰ ਕੋਸ਼ਿਸ਼ ਕਰਦਾ ਰਿਹਾ ਕਿਉਂਕਿ ਉਹ ਇੰਜ ਅਚਾਨਕ ਕਰਮ ਦੇ ਰੋਣ ਅਤੇ ਇੱਕਦਮ ਚੁੱਪ ਅਤੇ ਉਦਾਸ ਹੋ ਜਾਣ ਦਾ ਕਾਰਨ ਸਮਝ ਨਹੀਂ ਪੈ ਰਿਹਾ ਸੀ। ਸ਼ਾਮ ਤੱਕ ਕਰਮ ਨੇ ਕਿਸੇ ਨਾਲ ਕੋਈ ਗੱਲ ਨਾ ਕੀਤੀ। ਉਹ ਚੁੱਪਚਾਪ ਉਦਾਸ ਜਿਹੀ ਆਪਣਾ ਕੰਮ ਕਰਦੀ ਰਹੀ। ਅੱਜ ਉਹਨੂੰ ਮਹਿਸੂਸ ਹੋ ਰਿਹਾ ਸੀ ਕਿ ਧੋਖਾ ਦੇਣ ਵਾਲੇ ਨੂੰ ਇੱਕ ਦਿਨ ਧੋਖਾ ਜ਼ਰੂਰ ਮਿਲਦਾ। ਉਹਨੂੰ ਅੱਜ ਮਾਪਿਆਂ ਨਾਲ ਕੀਤੇ ਧੋਖੇ ਦੀ ਯਾਦ ਆ ਰਹੀ ਸੀ। ਰਾਤ ਨੂੰ ਵੀ ਉਹਨੇ ਇੰਦਰ ਨਾਲ ਕੋਈ ਗੱਲ ਨਾ ਕੀਤੀ। ਅਗਲੇ ਦਿਨ ਸਵੇਰੇ ਇੰਦਰ ਨੇ ਜਿੱਦ ਹੀ ਫੜ ਲਈ ਕਿ ਉਹ ਗੱਲ ਪੁੱਛ ਕੇ ਹੀ ਰਹੇਗਾ ਤਾਂ ਕਰਮ ਨੂੰ ਬਹੁਤ ਗੁੱਸਾ ਆਇਆ ਅਤੇ ਉਹ ਬਸ ਇੰਨਾ ਹੀ ਬੋਲੀ, ਇੰਦਰ ਤੂੰ ਮੇਰੇ ਨਾਲ ਧੋਖਾ ਕੀਤਾ ਏ, ਧੋਖਾ ਕੀਤਾ ਮੇਰੇ ਨਾਲ ਤੂੰ, ਬਹੁਤ ਵੱਡਾ ਧੋਖਾ। ਕਿਹੜਾ ਧੋਖਾ ਯਾਰ? ਕੀ ਧੋਖਾ ਕਰਤਾ ਮੈਂ ਤੇਰੇ ਨਾਲ? ਮੈਨੂੰ ਤਾਂ ਕੋਈ ਸਮਝ ਨਹੀਂ ਆ ਰਹੀ। ਸਾਫ਼-ਸਾਫ਼ ਦੱਸ ਕੀ ਗੱਲ ਹੈ? ਇੰਦਰ ਥੋੜਾ ਘਬਰਾ ਕੇ ਬੋਲਿਆ। ਤੈਨੂੰ ਵੀ ਪਤਾ ਏ ਇੰਦਰ ਤੂੰ ਮੇਰੇ ਤੋਂ ਕੀ ਲੁਕੋ ਕੇ ਰੱਖਿਆ ਏ, ਪਰ ਹੁਣ ਮੈਂ ਸਭ ਕੁਝ ਦੇਖ ਲਿਆ ਏ। ਹੁਣ ਛੁਪਾਉਣ ਦਾ ਕੋਈ ਫਾਇਦਾ ਨਹੀਂ, ਮੈਂ ਸਭ ਦੇਖ ਲਿਆ ਏ। ਕਰਮ ਰੋਂਦੇ ਹੋਏ ਬੋਲੀ। ਕੀ ਦੇਖ ਲਿਆ? ਕੀ ਕਹੀ ਜਾਨੀ ਹੈ ਯਾਰ? ਜੇ ਕੁਝ ਦੇਖਿਆ ਵੀ ਤਾਂ ਦੱਸ ਵੀ, ਇੰਦਰ ਗੁੱਸੇ 'ਚ ਬੋਲਿਆ। ਅੱਛਾ ਤੈਨੂੰ ਨਹੀਂ ਫਰਕ ਪੈਂਦਾ ਹੋਣਾ, ਮੈਨੂੰ ਪੈਂਦਾ ਏ। ਤੇਰੇ ਲਈ ਮੈਂ ਮਾਪਿਆਂ ਨੂੰ ਧੋਖਾ ਦਿੱਤਾ, ਤੂੰ ਮੈਨੂੰ ਹੀ ਧੋਖਾ ਦੇਈ ਜਾਨਾ। ਕਰਮ ਨੂੰ ਹੁਣ ਗੁੱਸਾ ਆ ਰਿਹਾ ਸੀ। ਫੈਸਲਾ ਤੇਰਾ ਹੀ ਸੀ, ਮੈਂ ਕਿਹੜਾ ਕੋਈ ਧੱਕਾ ਕੀਤਾ ਸੀ। ਸੋ ਇਹ ਤਾਂ ਮੈਨੂੰ ਨਾ ਹੀ ਸੁਣਾ, ਤੂੰ ਮੇਰੇ ਲਈ ਮਾਪਿਆਂ ਨਾਲ ਕੁਝ ਕੀਤਾ। ਇੰਦਰ ਬਰਾਬਰ ਜਵਾਬ ਦੇ ਰਿਹਾ ਸੀ। ਹੋਰ ਕਿਹਨੂੰ ਸੁਣਾਵਾਂ ਧੋਖਾ ਦੇ ਰਿਹਾ ਏ ਤੂੰ ਮੈਨੂੰ? ਕਰਮ ਫਿਰ ਤੋਂ ਫਿਸ ਪਈ। ਬੋਲੇਂਗੀ ਕੁਝ ਕੀ ਧੋਖਾ ਕਰਤਾ ਕਿ ਕਿੰਜ ਕੀ ਨਾਟਕ ਕਰੀ ਜਾਨੀ ਹੈ ਹੁਣ? ਇੰਦਰ ਸਭ ਸਮਝ ਕੇ ਵੀ ਅਣਜਾਣ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਂ
ਜਿਵੇਂ ਤੈਨੂੰ ਤਾਂ ਪਤਾ ਹੀ ਨਹੀਂ ਮੈਂ ਕਿਸੇ ਬਾਰੇ ਗੱਲ ਕਰ ਰਹੀ ਆ। ਤੂੰ ਸਮੈਕੀਆਂ ਏ, ਤੂੰ ਚਿੱਟਾ ਪੀਨਾ ਏ, ਨਸ਼ੇ ਕਰਦਾ ਏ, ਧੋਖਾ ਨਹੀਂ। ਤੂੰ ਮੈਨੂੰ ਇਸ ਬਾਰੇ ਕਦੇ ਖਬਰ ਵੀ ਨਹੀਂ ਹੋਣ ਦਿੱਤੀ। ਮੈਂ ਤੇਰੇ ਨਾਲ ਆਪਣੀ ਹਰ ਗੱਲ ਸਾਂਝੀ ਕੀਤੀ, ਪਰ ਤੂੰ ਮੈਨੂੰ ਧੋਖੇ 'ਚ ਰੱਖਿਆ। ਕਰਮ ਦਾ ਰੋਣਾ ਹੁਣ ਰੁਕ ਨਹੀਂ ਰਿਹਾ ਸੀ। ਉਹ ਅੱਛਾ, ਤਾਂ ਤੂੰ ਮੈਨੂੰ ਸਮੈਕ ਪੀਂਦੇ ਦੇਖ ਲਿਆ। ਚੱਲ ਜੇ ਦੇਖ ਹੀ ਲਿਆ ਤਾਂ ਫਿਰ ਕੀ ਕਰ ਸਕਦੇ ਆ। ਹਾਂ ਕਰਦਾ ਮੈਂ ਨਸ਼ੇ, ਪਰ ਧੋਖਾ ਨਹੀਂ ਕੀਤਾ। ਤੂੰ ਮੈਨੂੰ ਕਦੇ ਪੁੱਛਿਆ ਹੀ ਨਹੀਂ ਕਿ ਮੈਂ ਕੋਈ ਨਸ਼ਾ ਪੱਤਾ ਤਾਂ ਨਹੀਂ ਕਰਦਾ। ਜੇ ਤੂੰ ਪੁੱਛਿਆ ਹੁੰਦਾ ਮੈਂ ਜ਼ਰੂਰ ਦੱਸਦਾ। ਇੰਦਰ ਸਰਲਤਾ ਨਾਲ ਬੋਲਿਆ। ਤੈਨੂੰ ਇਹ ਧੋਖਾ ਨਹੀਂ ਲੱਗਦਾ? ਤੂੰ ਕਿਹੋ ਜਿਹਾ ਇਨਸਾਨ ਹੈ? ਤੇਰਾ ਫਰਜ਼ ਸੀ ਮੈਨੂੰ ਦੱਸਣਾ। ਜਿਵੇਂ ਮੈਂ ਤੈਨੂੰ ਆਪਣੇ ਬਾਰੇ ਸਭ ਕੁਝ ਸੱਚ-ਸੱਚ ਦੱਸਿਆ ਸੀ, ਉੱਪਰੋਂ ਤੂੰ ਇੰਨੀ ਆਸਾਨੀ ਨਾਲ ਕਹਿ ਰਿਹਾ ਕਿ ਚੱਲ ਕੋਈ ਨਾ, ਜੇ ਤੈਨੂੰ ਪਤਾ ਲੱਗ ਹੀ ਗਿਆ ਤਾਂ। ਕਰਮ ਇੰਦਰ ਦੇ ਵਿਵਹਾਰ ਤੇ ਹੈਰਾਨ ਸੀ। ਧੋਖਾ ਤਾਂ ਹੁੰਦਾ ਜੇ ਤੂੰ ਮੈਨੂੰ ਪੁੱਛਦੀ ਅਤੇ ਮੈਂ ਤੈਨੂੰ ਝੂਠ ਬੋਲਦਾ। ਤੂੰ ਪੁੱਛਿਆ ਹੀ ਨਹੀਂ, ਮੈਂ ਕਿੱਥੋਂ ਦੱਸਦਾ? ਵਿਆਹ ਤੋਂ ਬਾਅਦ ਮੈਨੂੰ ਲੱਗਾ ਤੈਨੂੰ ਪਤਾ ਲੱਗ ਹੀ ਗਿਆ ਹੋਊ। ਨਾਲ ਇਹ ਕਿੱਡੀ ਕੋ ਗੱਲ ਹੈ, ਅਮੀਰ ਲੋਕ ਤਾਂ ਸ਼ੌਕ ਲਈ ਨਸ਼ੇ ਕਰਦੇ ਆ। ਇੰਦਰ ਬੜੀ ਸ਼ਾਨ ਨਾਲ ਦੱਸ ਰਿਹਾ ਸੀ। ਕਿੱਡਾ ਬੇਸ਼ਰਮ ਹੈ ਤੂੰ, ਇੱਕ ਤਾਂ ਚੋਰੀ ਉੱਤੋਂ ਸੀਨਾ ਜੋਰੀ। ਮੇਰੇ ਨਾਲ ਧੋਖਾ ਕਰਕੇ ਵੀ ਤੂੰ ਇਹਨੂੰ ਸ਼ੌਕ ਕਹਿ ਰਿਹਾ ਏ। ਪਰ ਗਲਤੀ ਤੇਰੀ ਨਹੀਂ ਇੰਦਰ, ਮੇਰੀ ਹੈ। ਮੈਂ ਮੇਰੇ ਜਨਮ ਦੇਣ ਵਾਲਿਆਂ ਨਾਲ ਤੇਰੇ ਲਈ ਧੋਖਾ ਕੀਤਾ। ਉਸ ਦੀ ਸਜ਼ਾ ਮੈਨੂੰ ਮਿਲਣੀ ਹੀ ਸੀ। ਤੇ ਸਹੀ ਕਿਹਾ ਕਿਸੇ ਨੇ, ਧੋਖੇ ਦੀ ਸਜ਼ਾ ਧੋਖਾ ਹੀ ਹੁੰਦੀ ਹੈ। ਪਰ ਮੈਨੂੰ ਇਹ ਨਹੀਂ ਪਤਾ ਸੀ ਇਹ ਸਜ਼ਾ ਮੈਨੂੰ ਤੂੰ ਹੀ ਦੇਂਗਾ। ਸਹੀ ਹੈ ਰੱਬਾ ਤੇਰਾ ਨਿਆਂ। ਮੈਂ ਜਿੰਨੀਆਂ ਆਂਦਰਾਂ ਮੇਰੇ ਮਾਪਿਆਂ ਦੀਆਂ ਤੜਫਾਈਆਂ, ਮੇਰੀਆਂ ਹੁਣ ਉਸ ਤੋਂ ਜ਼ਿਆਦਾ ਤੜਫਣਗੀਆਂ। ਮੈਂ ਗੁਨਾਹਗਾਰ ਹਾਂ ਉਹਨਾਂ ਦੀ, ਮੈਂ ਗੁਨਾਹਗਾਰ ਹਾਂ। ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਮੈਨੂੰ ਦੇਖ ਕੇ ਮੇਰੀਆਂ ਹੋਰ ਭੈਣਾਂ ਸਿੱਖ ਲੈਣ। ਕੋਈ ਕਿੰਨਾ ਵੀ ਪਿਆਰ ਕਰੇ, ਮਾਪਿਆਂ ਦੇ ਪਿਆਰ ਮੋਹਰੇ ਸਭ ਫਿੱਕਾ। ਕਦੇ ਆਪਣੇ ਮਾਪਿਆਂ ਨਾਲ ਧੋਖਾ ਨਾ ਕਰੋ। ਮੈਂ ਗਲਤੀ ਕਰ ਲਈ, ਕੋਈ ਹੋਰ ਨਾ ਕਰਿਓ। ਕਰਮ ਨੇ ਰੋ-ਰੋ ਕੇ ਆਪਣੇ ਵਾਲ ਪੁੱਟ ਸੁੱਟੇ ਅਤੇ ਹੋਸ਼ ਗਵਾਈ। ਆਪਣੀ ਗਲਤੀ ਦੀਆਂ ਮਾਫੀਆਂ ਮਾਪਿਆਂ ਤੋਂ ਮੰਗ ਰਹੀ ਸੀ। ਕਰਮ ਨੂੰ ਲੱਗ ਰਿਹਾ ਸੀ ਉਸਦੀ ਜਿਵੇਂ ਦੁਨੀਆ ਹੀ ਉੱਜੜ ਗਈ ਹੈ, ਜਿਸ ਲਈ ਉਹਨੇ ਮਾਪੇ ਛੱਡੇ। ਮਾਪਿਆਂ ਤੋਂ ਵੀ ਵੱਧ ਕੇ ਉਹਨੂੰ ਪਿਆਰ ਕੀਤਾ। ਉਸੇ ਇਨਸਾਨ ਕੋਲੋਂ ਏਦਾਂ ਧੋਖਾ ਖਾ ਕੇ ਉਹ ਫੱਟ ਖਾਧੀ ਸੱਪਣੀ ਵਾਂਗ ਜ਼ਹਿਰ ਘੋਲ ਰਹੀ ਸੀ। ਅਚਾਨਕ ਉਸਨੂੰ ਉਸਦੀ ਬੱਚੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸਦੇ ਹੋਸ਼ ਪਰਤੇ। ਉਹਨੇ ਭੱਜ ਕੇ ਜਾ ਕੇ ਖੁਸ਼ੀ ਨੂੰ ਚੁੱਕਿਆ ਜੋ ਕਿ ਮੰਜੇ ਤੋਂ ਡਿੱਗਣ ਹੀ ਵਾਲੀ ਸੀ। ਇੰਦਰ ਉਹਨਾਂ ਨੂੰ ਰੋਂਦਿਆਂ ਛੱਡ ਕੇ ਬਾਹਰ ਚਲਾ ਗਿਆ ਸੀ। ਹੈਰੀ ਇਹ ਸਭ ਕੁਝ ਸੁਣ ਰਿਹਾ ਸੀ। ਉਹਨੂੰ ਇਹ ਬਹੁਤ ਵਧੀਆ ਮੌਕਾ ਲੱਗਾ ਕਰਮ ਦੇ ਨੇੜੇ ਜਾਣ ਦਾ। ਉਹਨੇ ਕਰਮ ਨੂੰ ਸੰਭਾਲਿਆ ਅਤੇ ਇੰਦਰ ਬਾਰੇ ਹੋਰ ਵੀ ਕਾਫੀ ਕੁਝ ਦੱਸਿਆ, ਜੋ ਸੁਣ ਕੇ ਕਰਮ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇੰਦਰ ਨੇ ਉਹਦੇ ਨਾਲ ਇੰਨਾ ਵੱਡਾ ਧੋਖਾ ਕੀਤਾ ਏ। ਕਰਮ ਤੇ ਹੁਣ ਇੱਕ ਤੋਂ ਇੱਕ ਮੁਸੀਬਤ ਪੈ ਰਹੀ ਸੀ। ਥੋੜੇ ਦਿਨ ਬਾਅਦ ਉਹਨੂੰ ਪਤਾ ਲੱਗਾ ਕਿ ਇੰਦਰ ਸਿਰਫ ਨਸ਼ੇ ਕਰਦਾ ਹੀ ਨਹੀਂ, ਨਸ਼ੇ ਵੇਚਦਾ ਵੀ ਹੈ। ਇਸੇ ਕਰਕੇ ਉਹ ਇੱਕ ਵਾਰ ਜੇਲ੍ਹ ਵੀ ਜਾ ਚੁੱਕਾ ਹੈ। ਇਹ ਸਭ ਗੱਲਾਂ ਉਹਨੂੰ ਹੈਰੀ ਤੋਂ ਹੀ ਪਤਾ ਲੱਗ ਰਹੀਆਂ ਸਨ। ਕਰਮ ਨੂੰ ਹੁਣ ਆਪਣੀ ਕੀਤੀ ਗਲਤੀ ਦਾ ਬਹੁਤ ਜ਼ਿਆਦਾ ਪਛਤਾਵਾ ਹੁੰਦਾ, ਪਰ ਹੁਣ ਕੁਝ ਹੋ ਵੀ ਨਹੀਂ ਸਕਦਾ ਸੀ। ਲੰਘ ਗਿਆ ਵੇਲਾ ਕਦੇ ਕਿਸੇ ਦੇ ਹੱਥ ਨਹੀਂ ਆਉਂਦਾ। ਇੰਦਰ ਪਹਿਲਾਂ ਲੁੱਕ ਛਿਪ ਕੇ ਨਸ਼ੇ ਕਰਦਾ ਸੀ, ਪਰ ਹੁਣ ਸ਼ਰੇਆਮ ਹੋ ਗਿਆ ਸੀ। ਉਹ ਹੁਣ ਹਮੇਸ਼ਾ ਨਸ਼ੇ 'ਚ ਧੁੱਤ ਰਹਿੰਦਾ ਅਤੇ ਰਾਤ ਨੂੰ ਸ਼ਰਾਬ ਪੀ ਕੇ ਘਰ ਆਉਂਦਾ। ਕਰਮ ਦੀ ਤਾਂ ਉਹਨੇ ਸੁਣਨੀ ਹੀ ਛੱਡ ਦਿੱਤੀ ਸੀ। ਜੇ ਕਦੇ ਕਰਮ ਕੁਝ ਕਹਿੰਦੀ ਤਾਂ ਉਹ ਕਰਮ ਦੀ ਸੱਸ ਉਹਨੂੰ ਬੁਰਾ ਭਲਾ ਕਹਿੰਦੀ। ਉਹ ਇੰਦਰ ਦੀ ਇਸ ਹਾਲਤ ਦੀ ਜ਼ਿੰਮੇਵਾਰ ਵੀ ਕਰਮ ਨੂੰ ਹੀ ਠਹਿਰਾਉਂਦੀ। ਉਹ ਕਰਮ ਨੂੰ ਮਿਹਣੇ ਮਾਰਦੀ ਕਿ ਤੇਰੇ ਆਉਣ ਮਗਰੋਂ ਮੇਰਾ ਪੁੱਤ ਨਸ਼ੇ ਤੇ ਲੱਗਾ। ਪਹਿਲਾਂ ਉਹ ਚੰਗਾ ਭਲਾ ਸੀ, ਤੂੰ ਪਹਿਲਾਂ ਪੇਕਿਆਂ ਦਾ ਘਰ ਪੱਟ ਆਈ, ਹੁਣ ਸਾਡਾ ਪੱਟੇਂਗੀ। ਕਰਮ ਦੀ ਤਾਂ ਪਹਿਲਾਂ ਹੀ ਰਗ-ਰਗ ਦੁਖੀ ਸੀ, ਪਰ ਸਾਡਾ ਘਰ ਸੁਣ ਕੇ ਕਰਮ ਦੇ ਸੀਨੇ ਵਿੱਚ ਛੱਲ ਵੱਜਦੇ। ਉਹਨੂੰ ਲੱਗਦਾ ਜੇ ਇਹਨਾਂ ਕੁਝ ਕਰਕੇ ਵੀ ਇਹ ਮੇਰਾ ਘਰ ਨਹੀਂ ਤਾਂ ਫਿਰ ਮੇਰਾ ਘਰ ਹੈ ਕਿੱਥੇ। ਉਹਦੀ ਸੱਸ ਨੂੰ ਹੁਣ ਪਤਾ ਸੀ ਕਿ ਇੰਦਰ ਉਹਦਾ ਸਾਥ ਨਹੀਂ ਦਿੰਦਾ, ਇਸੇ ਲਈ ਉਹ ਸਾਰਾ ਦਿਨ ਕਰਮ ਨੂੰ ਤਾਨੇ ਮਿਹਣੇ ਮਾਰਦੀ। ਇੱਕ ਦਿਨ ਸਵੇਰੇ ਹੀ ਉਹਨਾਂ ਦੇ ਘਰ ਪੁਲਿਸ ਆਈ ਅਤੇ ਇੰਦਰ ਨੂੰ 2 ਕਿਲੋ ਸਮੈਕ ਸਮੇਤ ਚੁੱਕ ਕੇ ਲੈ ਗਈ। ਕਰਮ ਅਜੇ ਉਸ ਧੋਖੇ ਦੇ ਜ਼ਖਮਾਂ ਨੂੰ ਹੀ ਮਲਮ ਲਾ ਰਹੀ ਸੀ
ਕਿ ਇੱਕ ਹੋਰ ਜ਼ਖਮ ਵਕਤ ਨੇ ਉਸ ਨੂੰ ਦੇ ਦਿੱਤਾ ਸੀ। ਕਰਮ ਅਤੇ ਉਸ ਦੇ ਸਹੁਰੇ ਨੇ ਇੰਦਰ ਦੀ ਜ਼ਮਾਨਤ ਕਰਾਉਣ ਲਈ ਕੋਰਟ ਕਚਹਿਰੀ ਦੇ ਬਹੁਤ ਚੱਕਰ ਕੱਢੇ, ਪਰ ਉਹ ਚਾਹ ਕੇ ਵੀ ਇੰਦਰ ਦੀ ਜ਼ਮਾਨਤ ਨਾ ਕਰਾ ਪਾਏ। ਇੰਸਪੈਕਟਰ ਨੇ ਇੰਦਰ ਦਾ ਕੇਸ ਰਫਾ ਦਫਾ ਕਰਨ ਲਈ ਪੂਰੇ 2 ਲੱਖ ਰੁਪਏ ਦੀ ਮੰਗ ਕੀਤੀ ਸੀ, ਪਰ ਕਰਮ ਦੇ ਘਰ 5 ਪੈਸੇ ਵੀ ਨਹੀਂ ਸਨ। ਉਹਨਾਂ ਨੂੰ ਤਾਂ ਹੁਣ ਸ਼ਾਮ ਦੀ ਰੋਟੀ ਦਾ ਵੀ ਫਿਕਰ ਹੁੰਦਾ ਸੀ। ਕਦੇ-ਕਦੇ ਕਰਮ ਦਾ ਦਿਲ ਕਰਦਾ ਉਹ ਆਪਣੇ ਮਾਪਿਆਂ ਦੇ ਘਰ ਜਾ ਡਿੱਗੇ, ਉਹਨਾਂ ਦੇ ਪੈਰਾਂ 'ਚ ਡਿੱਗ ਕੇ ਕੀਤੀ ਗਲਤੀ ਦੀ ਮਾਫੀ ਮੰਗੇ ਅਤੇ ਉਹਨਾਂ ਦੀ ਮਦਦ ਲਵੇ, ਪਰ ਫਿਰ ਉਹਨੂੰ ਲੱਗਦਾ ਕਿ ਕਿਹੜਾ ਮੂੰਹ ਲੈ ਕੇ ਉਹ ਉੱਥੇ ਜਾਵੇਗੀ। ਉਹਨੂੰ ਲੱਗਦਾ ਕਿ ਮੁਸ਼ਕਿਲ ਨਾਲ ਮਾਪਿਆਂ ਦੇ ਜ਼ਖਮ ਭਰੇ ਹੋਣੇ, ਉਹ ਜਾ ਕੇ ਫਿਰ ਉਹਨਾਂ ਦੇ ਜ਼ਖਮ ਕੁਰੇਦ ਦੇਵੇਗੀ। ਲੋਕ ਮਸਾ ਕਰਮ ਦੀ ਕੀਤੀ ਹਰਕਤ ਨੂੰ ਭੁੱਲੇ ਹੋਣੇ, ਫਿਰ ਤੋਂ ਸਭ ਯਾਦ ਆ ਜਾਣਾ। ਬਸ ਇਹ ਸਭ ਸੋਚ ਕੇ ਉਹ ਚੁੱਪਚਾਪ ਕਰਮਾਂ ਦੀ ਮਿਲੀ ਇਹ ਸਜ਼ਾ ਨੂੰ ਭੁਗਤਦੀ ਰਹਿੰਦੀ। ਪਰ ਇੰਦਰ ਨੂੰ ਛੁਡਾਉਣ ਲਈ ਪੈਸਿਆਂ ਦਾ ਪ੍ਰਬੰਧ ਕਰਨਾ ਹੀ ਪੈਣਾ ਸੀ। ਇੰਦਰ ਹੁਣ ਉਸ ਦਾ ਪਤੀ ਸੀ, ਜਿਵੇਂ ਦਾ ਵੀ ਸੀ, ਪਰ ਉਸ ਘਰ ਵਿੱਚ ਉਹ ਇੰਦਰ ਦੇ ਨਾਲ ਹੀ ਰਹਿ ਸਕਦੀ ਸੀ, ਵਰਨਾ ਉਸ ਦੀ ਸੱਸ ਤਾਂ ਉਹਨੂੰ ਘਰੋਂ ਕੱਢਣ ਤੇ ਉਤਾਰੂ ਸੀ। ਕਰਮ ਨੇ ਹੈਰੀ ਤੋਂ ਪੈਸਿਆਂ ਦੀ ਮਦਦ ਮੰਗਣ ਬਾਰੇ ਸੋਚਿਆ, ਪਰ ਫਿਰ ਉਹਨੂੰ ਹੈਰੀ ਦੀ ਉਸ ਉੱਪਰ ਮਾੜੀ ਨਜ਼ਰ ਹੋਣ ਦਾ ਖਿਆਲ ਆਇਆ ਤਾਂ ਉਹਨੇ ਹੋਰ ਕਈਆਂ ਤੋਂ ਮਦਦ ਮੰਗੀ, ਪਰ ਕਿਸੇ ਨੇ ਉਸ ਦੀ ਮਦਦ ਨਾ ਕੀਤੀ। ਹੈਰੀ ਦੇ ਦੋਸਤਾਂ ਨੇ ਕਰਮ ਦੇ ਸਹੁਰਿਆਂ ਨੂੰ ਹੈਰੀ ਤੋਂ ਹੀ ਮਦਦ ਲੈਣ ਲਈ ਕਿਹਾ। ਹੁਣ ਕਰਮ ਕੋਲ ਹੋਰ ਕੋਈ ਰਸਤਾ ਨਹੀਂ ਸੀ। ਥੱਕ ਹਾਰ ਕੇ ਉਹਨੂੰ ਹੈਰੀ ਅੱਗੇ ਹੀ ਹੱਥ ਅੱਡਣੇ ਪਏ। ਕਰਮ ਨੂੰ ਆਪਣੇ ਅੱਗੇ ਮਦਦ ਦੀ ਗੁਹਾਰ ਲਾਉਂਦੇ ਦੇਖ ਹੈਰੀ ਅੰਬਰੀ ਉਡਾਰੀਆਂ ਮਾਰ ਰਿਹਾ ਸੀ। ਉਹਨੂੰ ਉਹਦੇ ਮਨ ਦੀ ਮੁਰਾਦ ਪੂਰੀ ਹੁੰਦੀ ਨਜ਼ਰ ਆ ਰਹੀ ਸੀ। ਕੀ ਗੱਲ, ਤੇਰੇ ਤਾਂ ਬੜੇ ਉੱਚੇ ਨਖਰੇ ਸੀ, ਸਾਡੇ ਵਰਗੇ ਬੰਦਿਆਂ ਨੂੰ ਤਾਂ ਤੂੰ ਬੰਦਾ ਹੀ ਨਹੀਂ ਸਮਝਦੀ ਸੀ। ਉਹ ਵੀ ਉਸ ਨਛੇੜੀ ਦੇ ਸਿਰ ਤੇ। ਕੋਈ ਕਿੰਨਾ ਵੀ ਉੱਚਾ ਉੱਡ ਲੇ, ਡਿੱਗਦਾ ਤਾਂ ਅਖੀਰ ਧਰਤੀ ਤੇ ਹੀ ਆ ਗਈ ਨਾ ਤੂੰ ਵੀ ਆਨੇ ਵਾਲੇ ਥਾਂ। ਹੁਣ ਬੋਲ ਮੋਰਨੀਏ, ਤੇਰੀ ਕੀ ਸੇਵਾ ਕਰੀਏ? ਹੈਰੀ ਨੇ ਆਪਣੀ ਜਿੱਤ ਦਾ ਐਲਾਨ ਕਰਦੇ ਹੋਏ ਕਿਹਾ। ਦੇਖ ਹੈਰੀ, ਮੇਰੀ ਮਜਬੂਰੀ ਤੈਨੂੰ ਵੀ ਪਤਾ। ਰਹੀ ਗੱਲ ਨਖਰੇ ਦੀ, ਉਹ ਕੱਲ ਵੀ ਸੀ ਤੇ ਅੱਜ ਵੀ ਹੈ। ਮੈਨੂੰ ਤੇਰੇ ਤੋਂ ਉਧਾਰ ਪੈਸੇ ਚਾਹੀਦੇ ਆ, ਜੋ ਮੈਂ ਤੈਨੂੰ ਨੌਕਰੀ ਕਰਕੇ ਵਿਆਜ ਸਮੇਤ ਮੋੜ ਦੂੰ। ਪਲੀਜ਼ ਮੇਰੀ ਮਦਦ ਕਰ ਦੇ, ਤੂੰ ਜੋ ਕਹੇਗਾ ਮੈਂ ਕਰ ਦੂੰ। ਕਰਮ ਨੇ ਤਰਲਾ ਕੱਢਿਆ। ਅੱਛਾ, ਨੌਕਰੀ ਕਰਕੇ ਮੋੜੇਂਗੀ ਤੂੰ 2 ਲੱਖ? ਤੇਰੀ ਨੌਕਰੀ ਨਾਲ 2 ਲੱਖ ਦਾ ਵਿਆਜ ਵੀ ਨਹੀਂ ਮੁੜਨਾ। ਜੇ ਮਦਦ ਚਾਹੀਦੀ ਹੈ ਨਾ, ਆਹ ਨਖਰੇ ਨੁਖਰੇ ਛੱਡਣੇ ਪੈਣਗੇ, ਬਾਕੀ ਤੇਰੀ ਮਰਜ਼ੀ ਆ। ਸੜਨ ਦੇ ਉਹਨੂੰ ਜੇਲ੍ਹ 'ਚ, ਤੇਰੀ ਸੇਵਾ ਨੂੰ ਅਸੀਂ ਹੈਗੇ ਆ। ਹੈਰੀ ਨੇ ਖਚਰੀ ਜਿਹੀ ਹਾਸੀ ਹੱਸਦੇ ਹੋਏ ਕਿਹਾ। ਬਕਵਾਸ ਨਾ ਕਰ ਹੈਰੀ, ਮੈਂ ਇੰਦਰ ਨੂੰ ਪਿਆਰ ਕੀਤਾ ਤੇ ਨਿਭਾਵਾਂਗੀ। ਉਹ ਜਿਹੋ ਜਿਹਾ ਵੀ ਆ, ਮੈਂ ਸਿਰਫ ਉਸ ਦੀ ਆ। ਉਹ ਧੋਖੇਬਾਜ਼ ਹੋ ਸਕਦਾ, ਪਰ ਮੈਂ ਨਹੀਂ। ਮੈਂ ਤੇਰੇ ਪੈਸੇ ਜਿਵੇਂ ਮਰਜ਼ੀ ਮੋੜੂ, ਤੂੰ ਉਸ ਗੱਲ ਦੀ ਫਿਕਰ ਨਾ ਕਰ। ਕਰਮ ਨੇ ਸਖਤੀ ਨਾਲ ਜਵਾਬ ਦਿੱਤਾ। ਆ ਰੱਸੀ ਜਲ ਗਈ ਪਰ ਵੱਟ ਨਹੀਂ ਗਿਆ, ਪਰ ਮੈਂ ਤੇਰੇ ਜਿਹੀਆਂ ਨੂੰ ਸਿੱਧੇ ਰਸਤੇ ਤੇ ਲਿਆਉਣਾ ਜਾਣਦਾ। ਮੇਰੀ ਇੱਕੋ ਇੱਕ ਸ਼ਰਤ ਹੈ, ਇਹ ਮੰਨ ਲਾ, ਪੈਸੇ ਮਿਲ ਜਾਣਗੇ, ਨਹੀਂ ਤਾਂ ਤੂੰ ਆਪਣੇ ਘਰੇ, ਮੈਂ ਆਪਣੇ ਘਰੇ। ਕਹਿ ਕੇ ਹੈਰੀ ਨੇ ਕਰਮ ਦੇ ਚਿਹਰੇ ਨੂੰ ਪੜ੍ਹਨਾ ਚਾਹਿਆ। ਕੀ ਸ਼ਰਤ? ਬੋਲ, ਕੀ ਸ਼ਰਤ ਹੈ? ਕਰਮ ਡਰਦੇ ਹੋਏ ਬੋਲੀ, ਕਿਉਂਕਿ ਕਿਤੇ ਨਾ ਕਿਤੇ ਉਹਨੂੰ ਵੀ ਹੈਰੀ ਦੀ ਸ਼ਰਤ ਦਾ ਅਹਿਸਾਸ ਸੀ। ਹੈਰੀ ਨੇ ਕਰਮ ਦੇ ਸਾਹਮਣੇ ਆਪਣੀ ਸ਼ਰਤ ਰੱਖੀ। ਉਹ ਹੈਰਾਨ ਰਹਿ ਗਈ। ਉਹਨੂੰ ਤਾਂ ਯਕੀਨ ਹੀ ਨਹੀਂ ਸੀ ਹੈਰੀ ਇਹ ਸ਼ਰਤ ਰੱਖੂਗਾ ਉਹਦੀ ਮਦਦ ਕਰਨ ਬਦਲੇ, ਕਿਉਂਕਿ ਉਹਨੇ ਕਦੇ ਸੋਚਿਆ ਵੀ ਨਹੀਂ ਸੀ ਹੈਰੀ ਇੰਨਾ ਗਿਰ ਸਕਦਾ, ਕਿਉਂਕਿ ਉਹਨੂੰ ਹੈਰੀ ਛੋਟਾ ਮੋਟਾ ਆਸ਼ਿਕ ਲੱਗਦਾ ਸੀ। ਪਰ ਉਹ ਤਾਂ ਇਸ ਕਹਾਣੀ ਦਾ ਅਗਲਾ ਭਾਗ ਤੁਹਾਡੇ ਲਈ ਕੱਲ ਪੇਸ਼ ਕੀਤਾ ਜਾਵੇਗਾ, ਤਾਂ ਬਣੇ ਰਹੋ ਰਾਜ ਪੰਜਾਬੀ ਕਹਾਣੀਆਂ ਦੇ ਨਾਲ। ਤੁਹਾਡਾ ਧੰਨਵਾਦ। ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ, ਕਮੈਂਟ ਕਰਕੇ ਜ਼ਰੂਰ ਦੱਸੋ। ਬਹੁਤ ਬਹੁਤ ਧੰਨਵਾਦ।